प्यारे विद्यार्थियों, स्वागत है तुहाडा अमृत सीनियर सैकेंडरी स्कूल दे ऑनलाइन स्टडी दे यूट्यूब चैनल ते। जिवें तुसी जानते हो, असी अपनी 10वीं श्रेणी दी ਸਾਹਿਤਮਾਲਾ पुस्तक विचों वार्तक भाग दा पहला पाठ रबाब मगाउण दा बिरतांत कर रहे हां, जो कि ਗਿਆਨੀ ਦਿੱਤ ਸਿੰਘ ਜੀ ਦੁਆਰਾ ਲਿਖਿਆ ਹੋਇਆ ਹੈ। ਹੁਣ ਤੱਕ ਅਸੀਂ ਇਸ ਵਿੱਚ ਪੜ੍ਹਿਆ ਸੀ ਕਿ ਜਦੋਂ ਗੁਰੂ ਨਾਨਕ ਦੇਵ ਜੀ ਜੰਗਲ ਵਿੱਚ ਬੈਠੇ ਕਰਤਾਰ ਦੇ ਗੁਣ ਗਾਉਣ ਲੱਗੇ ਤਾਂ ਲੋਕ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ ਕਿ ਮਰਦਾਨੇ ਡੂਮ ਨੂੰ ਆਪਣਾ ਸਾਥੀ ਬਣਾ ਲਿਆ ਹੈ। ਪਰ ਗੁਰੂ ਜੀ ਆਪਣੀ ਪ੍ਰਭੂ ਭਗਤੀ ਵਿੱਚ ਮਗਨ ਮਰਦਾਨੇ ਨੂੰ ਕਹਿੰਦੇ ਹਨ ਕਿ ਉਹ ਸਭ ਤੋਂ ਵਧੀਆ ਸਾਜ਼ ਰਬਾਬ ਲੈ ਕੇ ਆਵੇ। ਪਰ ਜਦ ਮਰਦਾਨਾ ਰਬਾਬ ਲੈਣ ਜਾਂਦਾ ਹੈ ਤਾਂ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਪਰ ਗੁਰੂ ਜੀ ਉਸ ਨੂੰ ਸੰਸਾਰ ਦੀਆਂ ਗੱਲਾਂ ਵੱਲ ਧਿਆਨ ਕਰਨ ਤੋਂ ਮਨਾ ਕਰਦੇ ਹਨ ਤੇ ਕਹਿੰਦੇ ਹਨ ਕਿ ਸਤਲੁਜ ਅਤੇ ਬਿਆਸ ਦੇ ਵਿਚਕਾਰ ਜੱਟਾਂ ਦਾ ਪਿੰਡ ਹੈ, ਉੱਥੇ ਰਬਾਬ ਲਿਆਉਣ ਲਈ ਉਸ ਨੂੰ ਕਹਿੰਦੇ ਹਨ। ਅਸੀਂ ਹੁਣ ਪੰਨਾ ਨੰਬਰ 72 ਸ਼ੁਰੂ ਕਰਦੇ ਹਾਂ ਕਿ ਫਰਹਿੰਦੇ ਨਾਮੀ ਰਬਾਬੀ ਉੱਥੇ ਰਹਿੰਦਾ ਹੈ। ਗੁਰੂ ਨਾਨਕ ਦੇਵ ਨੇ ਜਦੋਂ ਕਿਹਾ, ਸੋ ਤੂੰ ਜਾ ਕੇ ਉਸ ਤੋਂ ਰਬਾਬ ਮੰਗੇ, ਉਹ ਤੈਨੂੰ ਦੇ ਦੇਵੇਗਾ। ਔਰ ਘਰੋਂ ਜਾ ਕੇ ਬੀਬੀ ਨਾਨਕੀ ਤੇ 7 ਰੁਪਏ ਲੈ ਜਾਈ, ਜੋ ਉਸ ਨੂੰ ਰਬਾਬ ਦਾ ਮੁੱਲ ਦੇ ਦੇਵੀਂ। ਇਸ ਗੱਲ ਨੂੰ ਮੰਨ ਕੇ ਮਰਦਾਨਾ ਬੀਬੀ ਪਾਸ ਗਿਆ ਔਰ 7 ਰੁਪਏ ਮੰਗੇ। ਉਸਨੇ ਆਖਿਆ ਕਿ ਭਾਈ ਮਰਦਾਨਾ, ਜਿਤਨੇ ਲੋੜੀਂਦੇ ਹਨ ਉਤਨੇ ਲੈ ਜਾ। ਪਰ ਮਰਦਾਨੇ ਨੇ ਗੁਰੂ ਜੀ ਦੀ ਆਗਿਆ ਅਨੁਸਾਰ ਸੱਤੇ ਲੈ ਕੇ ਆਪਣਾ ਰਸਤਾ ਲਿੱਤਾ। ਜਦ ਜਾਂਦਾ ਜਾਂਦਾ ਉਸ ਨਗਰ ਪਹੁੰਚਾ ਅਤੇ ਉਸ ਦਾ ਪਤਾ ਪੁੱਛਣ ਲੱਗਾ ਤਦ ਕੋਈ ਠੀਕ ਨਾ ਦੱਸੇ। ਪਿਆਰੇ ਵਿਦਿਆਰਥੀਓ, ਅੱਗੇ ਪੜ੍ਹਨ ਤੋਂ ਪਹਿਲਾਂ ਆਓ ਇਸ ਨੂੰ ਅਸੀਂ ਵਿਸਥਾਰ ਨਾਲ ਸਮਝੀਏ ਕਿ ਗੁਰੂ ਜੀ ਨੇ ਕਿਵੇਂ ਮਰਦਾਨੇ ਨੂੰ ਸਮਝਾਉਂਦਿਆਂ ਆਖਿਆ ਕਿ ਫਰਹਿੰਦਾ ਜਿਸ ਤੋਂ ਰਬਾਬ ਲਿਆਉਣੀ ਹੈ ਮਰਦਾਨੇ ਨੂੰ ਭੇਜਿਆ ਤੇ ਭੈਣ ਨਾਨਕੀ ਤੋਂ 7 ਰੁਪਏ ਮੰਗਣ ਲਈ ਕਿਹਾ ਤੇ ਰਬਾਬ ਦਾ ਮੁੱਲ ਦੱਸਿਆ ਤੇ ਉਹ 7 ਰੁਪਏ ਲੈ ਕੇ ਰਬਾਬ ਲੈਣ ਗਿਆ। ਪਰ ਕੋਈ ਵੀ ਉਸ ਨੂੰ ਨਗਰ ਦਾ ਰਸਤਾ ਨਹੀਂ ਸੀ ਦੱਸ ਰਿਹਾ, ਕਿਉਂਕਿ ਜਾਤ ਦਾ ਮਰਾਸੀ ਸੀ ਤੇ ਕੋਈ ਵੀ ਉਸ ਨਾਲ ਗੱਲ ਕਰਕੇ ਖੁਸ਼ ਨਹੀਂ ਸੀ। ਆਓ ਅੱਗੇ ਸ਼ੁਰੂ ਕਰਦੇ ਹਾਂ ਕਿ 2 ਦਿਨ ਉੱਥੇ ਖੁਆਰ ਹੋ ਕੇ ਜਦ ਤੀਜੇ ਦਿਨ ਪਿਛਾਂਹ ਮੁੜਨ ਲੱਗਾ ਤਾਂ ਅੱਗੋਂ ਕਿਆ ਦੇਖਦਾ ਹੈ, ਜੋ ਕਛ ਵਿੱਚ ਰਬਾਬ ਲਿੱਤਾ ਹੋਇਆ ਇੱਕ ਆਦਮੀ ਅੱਗੋਂ ਆਉਂਦਾ ਹੈ। ਉਸਨੇ ਆ ਕੇ ਮਰਦਾਨੇ ਨੂੰ ਪੁੱਛਿਆ, ਭਾਈ ਤੂੰ ਕਿੱਥੋਂ ਆਇਆ ਹੈ ਔਰ ਕਿਸ ਨੂੰ ਪੁੱਛਦਾ ਹੈ? ਇਸ ਗੱਲ ਨੂੰ ਸੁਣ ਕੇ ਮਰਦਾਨੇ ਨੇ ਆਪਣਾ ਅਗਲਾ ਪਿਛਲਾ ਸਾਰਾ ਹਾਲ ਸੁਣਾਇਆ ਕਿ ਮੈਂ ਰਾਏ ਭੋਏ ਦੀ ਤਲਵੰਡੀ ਤੇ ਰਹਿਣੇ ਵਾਲਾ ਹਾਂ ਔਰ ਮੇਰਾ ਨਾਮ ਮਰਦਾਨਾ ਹੈ। ਜਾਤ ਦਾ ਮਿਰਾਸੀ ਹਾਂ, ਪਰੰਤੂ ਅੱਜ ਕੱਲ੍ਹ ਮੈਂ ਨਾਨਕ ਪਾਸ ਰਹਿੰਦਾ ਹਾਂ, ਜੋ ਕੋਈ ਬੇਦੀ ਖੱਤਰੀ ਸੀ ਪਰ ਹੁਣ ਸਾਧਾਂ ਵਾਲੀ ਬਿਰਤੀ ਵਿੱਚ ਹੋ ਗਿਆ ਹੈ। ਉਸ ਨੂੰ ਪਰਮੇਸ਼ਰ ਪਾਸੇ ਦੀ ਲਿਵ ਲੱਗੀ ਹੋਈ ਹੈ ਔਰ ਆਪਣੇ ਮੁਖੋਂ ਅਗੰਮ ਦੀ ਬਾਣੀ ਉਚਰਦਾ ਹੈ, ਜਿਸ ਨੂੰ ਉਹ ਆਪਣੇ ਮੂੰਹੋਂ ਮੈਨੂੰ ਸਿਖਾਉਂਦਾ ਹੈ। ਇਸ ਵਾਸਤੇ ਉਸਨੇ ਤੇਰੇ ਪਾਸ ਰਬਾਬ ਲੈਣ ਲਈ ਭੇਜਿਆ ਹੈ। ਆਓ ਇਸ ਨੂੰ ਅਸੀਂ ਵਿਸਥਾਰ ਨਾਲ ਜਾਣੀਏ ਕਿ ਕਿਵੇਂ 2 ਦਿਨ ਪਰੇਸ਼ਾਨ ਹੋਣ ਤੋਂ ਬਾਅਦ ਮਰਦਾਨਾ ਜਦ ਵਾਪਸ ਮੁੜਨ ਲੱਗਾ ਤਾਂ ਅਚਾਨਕ ਦੇਖਦਾ ਹੈ
ਇੱਕ ਆਦਮੀ ਜਿਸ ਨੇ ਹੱਥ ਵਿੱਚ ਰਬਾਬ ਫੜੀ ਹੁੰਦੀ ਹੈ ਉਸ ਨੂੰ ਆ ਕੇ ਪੁੱਛਦਾ ਹੈ ਤਾਂ ਮਰਦਾਨੇ ਨੇ ਉਸ ਨੂੰ ਹੁਣ ਤੱਕ ਉਸ ਨਾਲ ਜੋ ਬੀਤੀ ਸਭ ਕਹਿ ਸੁਣਾਈ ਤੇ ਆਪਣਾ ਤੇ ਗੁਰੂ ਨਾਨਕ ਦੇਵ ਜੀ ਬਾਰੇ ਉਸ ਨੂੰ ਸਭ ਕੁਝ ਦੱਸਿਆ ਕਿ ਉਹਨਾਂ ਨੇ ਉਸ ਨੂੰ ਰਬਾਬ ਲੈਣ ਲਈ ਉਸ ਤੋਂ ਭੇਜਿਆ ਹੈ। ਆਓ ਅਗਲੀਆਂ ਸਤਰਾਂ ਵਿੱਚ ਅੱਗੇ ਪੜ੍ਹਦੇ ਹਾਂ ਕਿ ਇਸ ਬਾਤ ਨੂੰ ਸੁਣ ਕੇ ਫਰਹਿੰਦੇ ਨੇ ਰਬਾਬ ਮਰਦਾਨੇ ਦੇ ਹੱਥ ਫੜਾਇਆ ਕਿ ਚੱਲ ਭਾਈ ਮਰਦਾਨਿਆ, ਅਸੀਂ ਵੀ ਉਸ ਪੁੱਜੇ ਹੋਏ ਪੁਰਖ ਦਾ ਦਰਸ਼ਨ ਕਰ ਆਈਏ। ਇਹ ਸੁਣ ਕੇ ਮਰਦਾਨੇ ਨੇ ਕਿਹਾ, ਜੀ ਇਹ ਤੁਹਾਡੀ ਇੱਛਾ ਹੈ, ਪਰ ਇਹ 7 ਰੁਪਏ ਜੋ ਇਸ ਰਬਾਬ ਦਾ ਮੁੱਲ ਹੈ ਲੈ ਲਵੋ। ਇਸ ਗੱਲ ਨੂੰ ਸੁਣਦਿਆਂ ਫਰਹਿੰਦੇ ਨੇ ਕਿਹਾ ਕਿ ਭਾਈ ਮਰਦਾਨਾ, ਇਸ ਰਬਾਬ ਦਾ ਮੁੱਲ ਤਾਂ ਕੋਈ ਨਹੀਂ ਹੈ, ਕਿਉਂਕਿ ਇਸ ਦਾ ਵੀ ਉਸੀ ਦੇ ਨਾਲ ਕੁਝ ਪੁਰਾਣਾ ਸੰਬੰਧ ਹੈ ਜਿਸ ਤੇ ਇਹ ਉਸਨੇ ਯਾਦ ਕੀਤਾ ਹੈ। ਇਤਨੀ ਸੁਣ ਕੇ ਮਰਦਾਨਾ ਚੁੱਪ ਰਿਹਾ ਔਰ ਦੋਨੋਂ ਚੱਲ ਪਏ। ਜਦ ਤੀਜੇ ਦਿਨ ਗੁਰੂ ਪਾਸ ਪੁੱਜੇ ਅਤੇ ਪੈਰਾਂ ਤੇ ਮੱਥਾ ਟੇਕ ਕੇ ਬੈਠ ਗਏ। ਗੁਰੂ ਜੀ ਨੇ ਮਰਦਾਨੇ ਅਤੇ ਫਰਹਿੰਦੇ ਦੀ ਸੁੱਖ ਸਾਂਦ ਪੁੱਛੀ ਅਤੇ ਆਪਸ ਵਿੱਚ ਕਰਤਾਰ ਪਾਸੇ ਦੀਆਂ ਬਾਤਾਂ ਕੀਤੀਆਂ। ਕਰਤਾਰ ਪਰਮਾਤਮਾ ਪਾਸੇ ਦੀਆਂ। ਸੁਣ ਕੇ ਫਰਹਿੰਦਾ ਚਰਨਾਂ ਤੇ ਡਿੱਗਾ ਔਰ ਆਖਣ ਲੱਗਾ ਕਿ ਜਿਹਾ ਤੂੰ ਸੁਣੀਂਦਾ ਸੀ ਉਹ ਜਿਹਾ ਹੀ ਅੱਖੀ ਡਿੱਠਾ ਹੈ। ਪਿਆਰੇ ਵਿਦਿਆਰਥੀਓ, ਜਦੋਂ ਫਰਹਿੰਦਾ ਰਬਾਬੀ ਗੁਰੂ ਨਾਨਕ ਦੇਵ ਜੀ ਬਾਰੇ ਮਰਦਾਨੇ ਕੋਲ ਸਭ ਕੁਝ ਸੁਣਿਆ ਤਾਂ ਉਸਨੇ ਗੁਰੂ ਜੀ ਦੇ ਦਰਸ਼ਨਾਂ ਦੀ ਆਗਿਆ ਪ੍ਰਗਟ ਕੀਤੀ, ਕਿਉਂਕਿ ਫਰਹਿੰਦਾ ਜਾਣਦਾ ਸੀ ਕਿ ਇਸ ਰਬਾਬ ਦਾ ਸੰਬੰਧ ਉਸ ਮਹਾਪੁਰਸ਼ ਨਾਲ ਹੈ ਤੇ ਉਹ ਗੁਰੂ ਜੀ ਦੇ ਦਰਸ਼ਨ ਕਰਨ ਲਈ ਮਰਦਾਨੇ ਨਾਲ ਚੱਲ ਪਿਆ। ਆਓ ਕਹਾਣੀ ਅੱਗੇ ਸ਼ੁਰੂ ਕਰਦੇ ਹਾਂ ਕਿ ਕੁਝ ਦਿਨ ਗਏ ਪਿੱਛੋਂ ਫਰਹਿੰਦਾ ਆਪਣੇ ਵਤਨ ਨੂੰ ਮੁੜ ਗਿਆ। ਪਿੱਛੋਂ ਮਰਦਾਨਾ ਲੱਗਾ ਰਬਾਬ ਨੂੰ ਸੁਰ ਕਰਨ, ਪਰੰਤੂ ਉਹ ਜਿਉਂ-ਜਿਉਂ ਸੁਰ ਕਰੇ ਤਿਉਂ-ਤਿਉਂ ਰਬਾਬ ਬੇਸੁਰਾ ਹੁੰਦਾ ਜਾਏ, ਜਿਸ ਪਰ ਗੁਰੂ ਜੀ ਨੇ ਆਖਿਆ ਕਿ ਮਰਦਾਨਿਆਂ, ਨਵਾਂ ਰਬਾਬ ਬਜਾਓ ਔਰ ਕਰਤਾਰ ਦੇ ਗੁਣ ਗਾਓ। ਇਸ ਨੂੰ ਸੁਣ ਕੇ ਆਖਣ ਲੱਗਾ ਕਿ ਜੀ ਮੈਂ ਇਸ ਨੂੰ ਠੀਕ ਕਰ ਲੇਵਾਂ ਜੋ ਡਾਟ ਚੰਗਾ ਬਣ ਜਾਏ, ਡਾਟ ਸੁਰ ਚੰਗਾ ਬਣ ਜਾਏ। ਪਿਆਰੇ ਵਿਦਿਆਰਥੀਓ, ਕਿ ਫਰਹਿੰਦਾ ਜਦੋਂ ਵਾਪਸ ਜਾਣ ਲੱਗਾ ਤਾਂ ਗੁਰੂ ਜੀ ਨੇ ਮਰਦਾਨੇ ਨੂੰ ਰਬਾਬ ਸੁਰ ਕਰਨ ਲਈ ਕਿਹਾ, ਪਰ ਜਦੋਂ ਮਰਦਾਨਾ ਰਬਾਬ ਵਜਾਵੇ ਤਾਂ ਉਹ ਬੇਸੁਰ ਹੁੰਦੀ ਜਾ ਰਹੀ ਸੀ ਤੇ ਉਸਨੇ ਗੁਰੂ ਜੀ ਨੂੰ ਕਿਹਾ ਕਿ ਉਹ ਰਬਾਬ ਨੂੰ ਠੀਕ ਕਰ ਲਵੇ ਤਾਂ ਜੋ ਚੰਗਾ ਸੁਰ ਬਣ ਜਾਵੇ। ਆਓ ਅਗਲੀਆਂ ਲਾਈਨਾਂ ਵਿੱਚ ਅਸੀਂ ਪੜ੍ਹਦੇ ਹਾਂ ਕਿ ਜਿਸ ਪਰ ਗੁਰੂ ਜੀ ਨੇ ਕਿਹਾ ਕਿ ਭੋਲਿਆ, ਤੇਰਾ ਕੰਮ ਡਾਟ ਕਰਨ ਦਾ ਹੈ, ਤੇਰਾ ਤਾਂ ਬਜਾਉਣ ਦਾ ਕੰਮ ਹੈ, ਸੋ ਤੂੰ ਬਜਾਓ। ਡਾਟ ਕਰਤਾਰ ਕਰਨੇ ਵਾਲਾ ਹੈ, ਸੋ ਆਪ ਹੀ ਕਰੇਗਾ। ਇਸ ਬਾਤ ਨੂੰ ਸੁਣ ਕੇ ਮਰਦਾਨਾ ਬਜਾਉਣ ਲੱਗਾ, ਜਿਸ ਪਰ ਰਬਾਬ ਦਾ ਅਜਿਹਾ ਡਾਟ ਬਣਿਆ ਜੋ ਉਸ ਦੀ ਮਧੁਰ ਧੁਨ ਨੂੰ ਸੁਣ ਕੇ ਜੰਗਲ ਦੇ ਮ੍ਰਿਗ ਵੀ ਮਸਤ ਹੋ ਗਏ ਔਰ ਗੁਰੂ ਜੀ ਨੂੰ ਜੋ ਬਾਣੀ ਆਈ ਸੋ ਹੀ ਮਰਦਾਨੇ ਨੇ ਉਸ ਵਿੱਚ ਸੁੰਦਰ ਸੁਰ ਨਾਲ ਗਾਈ। ਆਓ ਇਸ ਨੂੰ ਵਿਸਥਾਰ ਨਾਲ ਸਮਝੀਏ ਕਿ ਜਦੋਂ ਮਰਦਾਨਾ ਰਬਾਬ ਵਜਾਉਣ ਲੱਗਾ ਤਾਂ ਸੁਰ ਨਹੀਂ ਸੀ ਬਣ ਰਿਹਾ, ਪਰ ਗੁਰੂ ਜੀ ਨੇ ਉਸ ਨੂੰ ਹੱਸ ਕੇ ਕਿਹਾ, ਸਾਡਾ ਕੰਮ ਵਜਾਉਣਾ ਹੈ, ਉਸ ਵਿੱਚ ਸੁਰ ਪਰਮਾਤਮਾ ਖੁਦ ਹੀ ਭਰੇ ਦੇਵੇਗਾ। ਅਰਥਾਤ ਸਾਡਾ ਕੰਮ ਸੱਚੇ ਮਨ ਨਾਲ ਭਗਤੀ ਕਰਨ ਦਾ ਹੈ। ਸੋ ਸੱਚੇ ਮਨ ਨਾਲ ਤੁਸੀਂ ਆਪਣਾ ਕੰਮ ਕਰੀ ਜਾਓ, ਉਸ ਵਿੱਚ ਪਰਮਾਤਮਾ ਖੁਦ ਰੰਗ ਭਰੇਗਾ। ਪਿਆਰੇ ਵਿਦਿਆਰਥੀਓ, ਵੈਸੇ ਤਾਂ ਸਾਰੀ ਦੁਨੀਆ ਪਰਮਾਤਮਾ ਨੂੰ ਪਾਉਣ ਲਈ ਲੱਗੀ ਹੋਈ ਹੈ, ਪਰ ਉਹ ਸਾਰਾ ਬਾਹਰਲੀ ਤਰੀਕਾ ਹੈ। ਪਰ ਗੁਰੂ ਨਾਨਕ ਦੇਵ ਜੀ ਪਰਮੇਸ਼ਵਰ ਦੇ ਪਿਆਰ ਵਿੱਚ ਲੀਨ ਰਹਿੰਦੇ ਸਨ। ਉਹਨਾਂ ਨਾਲ ਗੱਲਾਂ ਕਰਦੇ ਤੇ ਪਰਮਾਤਮਾ ਨੂੰ
ਸਭ ਕੁਝ ਸੌਂਪ ਦਿੰਦੇ ਤੇ ਅਗੰਮ ਦੀ ਬਾਣੀ ਗਾਉਂਦੇ ਸਨ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਵਾਰਤਕ ਭਾਗ ਦਾ ਰਬਾਬ ਮੰਗਾਉਣ ਦਾ ਬਿਰਤਾਂਤ ਪਾਠ ਦੂਸਰਾ ਭਾਗ ਵੀ ਸਮਾਪਤ ਕਰ ਚੁੱਕੇ ਹਾਂ ਤੇ ਆਓ ਅਸੀਂ ਹੁਣ ਇਸ ਨਾਲ ਸੰਬੰਧਿਤ ਤੁਹਾਨੂੰ ਕੁਝ ਪ੍ਰਸ਼ਨਾਂ ਦੇ ਉੱਤਰ ਦਈਏ। ਪ੍ਰਸ਼ਨ ਨੰਬਰ 1, ਗੁਰੂ ਨਾਨਕ ਦੇਵ ਜੀ ਕਿਸ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ? ਪ੍ਰਸ਼ਨ ਨੰਬਰ 2, ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਂ ਕੀ ਸੀ? ਪ੍ਰਸ਼ਨ ਨੰਬਰ 3, ਰਬਾਬੀ ਦਾ ਨਾਂ ਕੀ ਸੀ? ਪ੍ਰਸ਼ਨ ਨੰਬਰ 4, ਰਬਾਬ ਕੀ ਹੈ? ਪ੍ਰਸ਼ਨ ਨੰਬਰ 5, ਸਾਰੀ ਦੁਨੀਆ ਕਿਸ ਨੂੰ ਪਾਉਣ ਵਿੱਚ ਲੱਗੀ ਹੋਈ ਹੈ? ਉਸ ਤੋਂ ਬਾਅਦ ਹੇਠ ਲਿਖੇ ਸ਼ਬਦਾਂ ਦੇ ਤੁਸੀਂ ਵਾਕ ਬਣਾਉਣੇ ਹਨ। ਰਬਾਬ, ਕਰਤਾਰ, ਜੰਗਲ, ਸੁੰਦਰ, ਸਬੰਧ। ਧੰਨਵਾਦ। ਤੰਦਰੁਸਤ ਰਹੋ, ਸੁਰੱਖਿਅਤ ਰਹੋ।